बिस्मिल्लाहिर्रहमानिर्रहीम। नाज़रीन, मैं हूँ एस एम सादिक और इस वक्त मैं बर्मिंघम में हूँ। तो आज मैं अपने बड़े भाई, जिनको मैं अपने बाप का दर्जा देता हूँ, जनाब अयूब साहब, इन्होंने मेरे कड़े वक्त में इतना साथ दिया कि मुझे ये बात कहने में ज़रा भी झिझक महसूस नहीं होती। दुनिया में जो लोग कामयाब होते हैं उनके पीछे किसी ना किसी का हाथ जरूर होता है। नहीं, किसी औरत का हाथ नहीं। मेरे पीछे जनाब अयूब साहब का हाथ था। कहते हैं कि मुकद्दर में जो होता है वो मिल के रहता है, लेकिन साथ देने वाले, मुश्किल में हाथ पकड़ने वाले, जब तक सीढ़ी ना हो आदमी ऊपर नहीं चढ़ सकता। तो अयूब साहब मेरे कड़े वक्त में इन्होंने मेरा बहुत साथ दिया और मुझे आज इतनी खुशी हो रही है जैसे मेरे लिए आज ईद उल फितर का दिन है कि मैं 30-32 साल बाद उनके घर में आया हूँ और उन्होंने हमारे लिए, बल्कि सब के लिए इतना अच्छा खाना फरूक साहब ने बनाया और सारे मतलब हमने मिल के खाना खाया। और अब ये चाय का हो रहा है सिलसिला, तो अब ये कहते हैं जी केक काटते हैं। सादिक साहब खाओ। बहुत तो दही वाली कोई सब्जी ले आई आंदी कि नहीं या फोक शोक खुआइए ना, केक साहब केक खुआइए ना, सब्जी ले आओ या स्पून ले आओ या ये खवा देते हैं हाथ वाली तरह। बिस्मिल्लाह। थैंक यू। बिस्मिल्लाह। थैंक गॉड। बहुत मैं आपको खा रहा मैं तेरा तो मैं खाना मैं आपको खा रहा। जनाब सादिक साहब तशरीफ लाए ने साढ़े बड़े फख्र की गल है, बड़ा सम्मान है। ये पाकिस्तान की शान ने, पाकिस्तान की पहचान ने। इन्होंने जो कलाम लिखे ने और कोई शायद इन्होंने मैच नहीं कर सकता। 15 साल की उम्र को माशाअल्लाह पहला कलाम जरा लिखा खान साहब उस्ताद में खान साहब, जो दुनिया के सब तो बड़े सूफी सिंगर अज तक होते। और कलाम जी हो इतने उत्थे अमलों ते होणगे नबेड़े, किसे नहीं तेरी जात पुछनी, झूठे मान तेरे झूठे सब चेड़े, किसे नहीं तेरी जात पुछनी। और दूसरे दो कलाम मेरे से पंजाबी ने, ਇਹਦਾ ਵੀ ਇੱਕ ਸ਼ੇਰ ਮੈਂ ਸੁਣਾਂਗਾ ਕਿ ਤੈਨੂੰ ਮੋਢਾ ਦੇ ਕੇ ਟੋਰਨਾ ਜਹਾਨ ਨੇ, ਆਉਣਾ ਮਿੱਟੀ ਥੱਲੇ ਤੇਰੀ ਉੱਚੀ ਸ਼ਾਨ ਨੇ, ਸੁੰਝੇ ਛੱਡ ਕੇ ਤੂੰ ਟੁਰ ਜਾਣਾ ਵਿਹੜੇ, ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ। ਪੰਜਾਬੀ ਦੇ ਕਲਾਮ ਅੱਖਾਂ ਮੀਟ ਕੇ ਟੁਰੇਗਾ ਘਰੋਂ ਜਦੋਂ, ਤੈਨੂੰ ਕਿਸੇ ਵੀ ਕੁਝ ਨਹੀਂ ਲੈਣ ਦੇਣਾ, ਸਾਦਕ ਤਨ ਤੇ ਜਿਹੜਾ ਤੂੰ ਪਾਇਆ ਕੱਪੜਾ, ਤੇਰੇ ਤਨ ਤੇ ਉਹ ਵੀ ਨਹੀਂ ਰਹਿਣ ਦੇਣਾ, ਤੇ ਲਾ ਕੇ ਉਧਾਰ ਤੇਰਾ ਤੇਰੇ ਯਾਰ ਚੱਲੇ ਲਾ ਕੇ ਉਧਾਰ ਦੁਨੀਆ ਤੇ ਤੇਰੇ ਜੋਗਾ ਕੁਝ ਵੀ ਨਾ ਰਹਿਣਾ ਹੈ, ਇੱਥੋਂ ਤੈਨੂੰ ਕਫਨ ਦਾ ਟੋਟਾ ਇੱਕ ਪੈਣਾ ਹੈ। ਸਾਦਕ ਔਲਾਦ ਪਿੱਛੋਂ ਪਾਣੀਆਂ ਨੇ ਭੰਡੀਆਂ ਤੇ ਫੇਰ ਤੇਰੇ ਮਾਲ ਦੀਆਂ ਪੈਣੀਆਂ ਨੇ ਵੰਡੀਆਂ, ਤੇ ਲਾ ਕੇ ਉਧਾਰ ਤੇਰਾ ਤੇਰੇ ਯਾਰ ਚੱਲੇ ਨਹੀਂ, ਓਏ ਮਿੱਟੀ ਦੀਆਂ ਬੁੱਕਾਂ ਤੇਰੇ ਮੂੰਹ ਤੇ ਮਾਰ ਚੱਲੇ। ਤੇਰੀ ਇਹ ਔਕਾਤ ਸੀ, ਔਕਾਤ ਨੂੰ ਪਛਾਣ ਲੈ, ਕਬਰਾਂ ਦੀ ਉਸ ਕਾਲੀ ਰਾਤ ਨੂੰ ਪਛਾਣ ਲੈ। ਤੇ ਦੂਸਰਾ ਕਲਾਮ ਸੀ ਜੀ ਆਪਣਾ ਜਦੋਂ ਦਾ ਦਰੁੱਸ ਗਿਆ ਸਾਡੇ ਨਾਲ ਟੋਲਣਾ, ਭੁੱਲ ਗਿਆ ਕਾਵਾਂ ਨੂੰ ਬਨੇਰੇ ਉੱਤੇ ਬੋਲਣਾ। ਅੱਛਾ, ਇੱਕ ਹੋਰ ਕਲਾਮ ਸੀ ਮੇਰਾ ਕਿ ਐਵੇਂ ਬੋਲਣਾ ਬਨੇਰੇ ਉੱਤੇ ਕਾਵਾਂ ਸੱਜਣਾ ਨਹੀਂ ਆਉਣਾ। ਉਹਦੇ ਵਿੱਚ ਵੀ ਅੱਲਾ ਉਹਨਾਂ ਦੀ ਖਾਨ ਸਾਹਿਬ ਦੀ ਕਬਰ ਤੇ ਕਰੋੜਾਂ ਰਹਿਮਤਾਂ ਕਰੇ, ਅੱਲਾ ਉਹਨਾਂ ਨੂੰ ਜੰਨਤ ਅਲ ਫਿਰਦੌਸ 'ਚ ਆਲਾ ਮਕਾਮ ਅਤਾ ਕਰੇ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇੱਕ 15 ਸਾਲ ਦਾ ਬੱਚਾ ਹੈ ਤੇ ਇਹ ਮੈਨੂੰ ਕਲਾਮ ਲਿਖ ਕੇ ਦੇ ਗਿਆ ਤੇ ਮੈਨੂੰ ਇੰਨੀ ਵਾਰੀ ਇਹਦਾ ਨਾਂ ਲੈਣ ਦੀ ਕੀ ਜ਼ਰੂਰਤ ਹੈ। ਉਹ ਵੱਡੇ ਲੋਕ ਸਨ ਤੇ ਉਹਨਾਂ ਨੇ ਜਿੱਥੇ ਜਿੱਥੇ ਕਿਥੇ ਦੇ ਵਿੱਚ ਮੇਰਾ ਨਾਂ ਆਉਂਦਾ ਸੀ ਉਹਨਾਂ ਨੇ ਉਹ ਮੇਰਾ ਨਾਂ ਲਿਆ। ਮਾਸ਼ਾਅੱਲਾ, ਬੜੀ ਬਾਤ। ਉਹਦੇ ਬਾਅਦ ਸ਼ੌਕਤ ਅਲੀ ਖਾਨ ਸਾਹਿਬ ਵਾਸਤੇ ਉਹਦੇ ਬਾਅਦ ਸ਼ੌਕਤ ਅਲੀ ਸਾਹਿਬ ਨੂੰ ਮੈਂ ਸਮਝਣਾ ਕਿ ਮੈਂ ਇਹ ਦਰਜਾ ਦੇਣਾ ਕਿ ਅਸੀਂ ਇੱਕ ਮਾਂ ਦੇ ਪੇਟ 'ਚ 2 ਬੱਚੇ ਪੈਦਾ। ਐਡਾ ਨਾਇਸ ਆਦਮੀ, ਇੰਨਾ ਨੇਕ ਆਦਮੀ, ਇੰਨਾ ਅੱਛਾ ਆਦਮੀ, ਇੱਥੇ ਲੋਕ ਕਿਸੇ ਦੇ ਜਨਾਜ਼ੇ ਤੇ ਨਹੀਂ ਜਾਂਦੇ ਬਗੈਰ ਮਤਲਬ ਤੋਂ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ। ਸ਼ੌਕਤ ਅਲੀ ਸਾਹਿਬ ਜਿਸਲੇ ਫੌਤ ਹੋਏ ਨੇ, ਕਿਉਂਕਿ ਮੈਂ ਖੜਾ ਨਹੀਂ ਹੋ ਸਕਦਾ, ਮੈਂ ਬੜੀ ਕੋਸ਼ਿਸ਼ ਕੀਤੀ ਹੈ। ਮੈਂ ਜਿਸਲੇ ਉਹ ਗੱਲਾਂ ਮੈਂ ਇਸ ਵੀਡੀਓ 'ਚ ਨਹੀਂ ਕਰਨਾ ਚਾਹ ਰਿਹਾ, ਜਿਸਲੇ ਉਹ ਬਿਮਾਰ ਹੋਏ ਅਸੀਂ ਉਹਨਾਂ ਨਾਲ ਮੁਹੱਬਤ ਫੁੱਲ ਕੀਤੀ, ਜੋ ਕਰ ਸਕਦੇ ਮੁਹੱਬਤ ਦਾ ਲਫ਼ਜ਼ ਮੈਂ ਇਸਤੇਮਾਲ ਕਰਾਂਗਾ। ਯੂਬ ਸਾਹਿਬ ਨੇ ਵੀ ਕੀਤੀ, ਹਾਈਟੈਕ ਨੇ ਵੀ ਕੀਤੀ। ਮੈਂ ਖੁਦ ਬਜ਼ਾਤੇ 3-4 ਦਫਾ ਉਹਨਾਂ ਦੇ ਨਾਲ ਉਹਨਾਂ ਨੂੰ ਕਿਹਾ ਭਾਜੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੋਵੇ ਤੁਸੀਂ ਮੈਨੂੰ ਦੱਸੋ। ਫਿਰ ਇੱਕ ਇਹ ਬੜੀ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ।
ਕਹਿੰਦੇ ਜੀ ਉਹ ਅੱਬੂ ਨਹੀਂ ਮਿਲ ਸਕਦੇ। ਮੈਂ ਕਿਹਾ ਯਾਰ ਛੱਡ, ਤੂੰ ਮਿਲਣ ਨੂੰ ਛੱਡ ਦੇ, ਤੂੰ ਮੈਨੂੰ ਉਹਨਾਂ ਦਾ ਅਕਾਊਂਟ ਨੰਬਰ ਦੇ। ਹਾਏ ਹਾਏ ਠੀਕ ਹੈ। ਕਿਆ ਤੇ ਕਹਿਣਾ। ਸ਼ੌਕਤ ਅਲੀ ਵੀ ਜਦੋਂ ਮੇਰੀ ਵਾਈਫ ਦੀ ਡੈਥ ਹੋਈ ਹੈ ਉਸ ਵਕਤ ਅਯੂਬ ਸਾਹਿਬ ਨੂੰ ਦੀ ਯਾਦਦਾਸ਼ਤ ਬੜੀ ਤੇਜ਼ ਹੈ, ਤੇ ਇਹਨਾਂ ਨੇ ਮੇਰੇ ਅਕਾਊਂਟ 'ਚ ਮੇਰਾ 7-8 ਹਜ਼ਾਰ ਪਾਉਂਡ ਉਸ ਦਿਨ ਭੇਜਿਆ ਸੀ, ਤੇ ਮੈਂ ਰੋ ਰਿਹਾ ਸਾਂ ਅੱਗੋਂ, ਤੇ ਕਹਿੰਦੇ ਨੇ ਯਾਰ ਤੇਰੇ ਪੈਸੇ ਭੇਜੇ ਸੀ, ਤੇ ਮੈਂ ਰੋ ਰਿਹਾ ਸਾਂ। ਫਿਰ ਵੀ ਸ਼ੌਕਤ ਅਲੀ ਸਾਹਿਬ ਆਏ ਤੇ ਉਹਨਾਂ ਨੇ ਇੱਕ ਪੈਕਟ ਮੇਰੇ ਗੋਡੇ ਦੇ ਥੱਲੇ ਦੇ ਗਏ ਜਦੋਂ ਮੇਰੀ ਵਾਈਫ। ਇਹ ਗੱਲਾਂ ਯਾਦ ਰਹਿੰਦੀਆਂ ਨੇ, ਇਹ ਆਪਣੀ ਕਿਤਾਬ 'ਚ ਵੀ ਮੈਂ ਜ਼ਿਕਰ ਕੀਤਾ ਹੈ। ਤੇ ਉਹਨਾਂ ਨੇ ਮੇਰੇ ਇੰਨੇ ਕਲਾਮ ਗਾਏ, ਕੋਲ ਮੇਰੇ ਬੈਠਾ ਸੀ ਉਹ ਕਿੰਨਾ ਹਰਜਾਈਏ, ਔਰ ਜਿਹਨੂੰ ਸਾਡੇ ਰੋਣ ਦੀ ਆਵਾਜ਼ ਵੀ ਨਾ ਆਈਏ, ਦੱਸੀਏ ਕਿ ਅਸੀਂ ਕਿੰਨਾ ਸੋਚਾਂ ਵਿੱਚ ਪਏ ਆ, ਅਸੀਂ ਤੇ ਸ਼ਰੀਕਾਂ ਅੱਗੇ ਕੱਖ ਦੇ ਨਾ ਰਹੇ ਆ, ਕੱਲ ਉਹਨੇ ਗੈਰ ਨਾਲ ਮੁੰਦਰੀ ਵਟਾਈਏ, ਜਿਹਨੂੰ ਸਾਡੇ ਰੋਣ ਦੀ ਆਵਾਜ਼ ਵੀ ਨਾ ਆਈ। ਇੱਕ ਉਹਨਾਂ ਨੇ ਮੇਰੇ ਬਹੁਤ ਕੁਝ 600-700 ਕਲਾਮ ਕੀਤੇ ਨੇ ਉਹਨਾਂ ਨੇ ਮੇਰੇ। ਉਹਨਾਂ ਦਾ ਇੱਕ ਹੋਰ ਕਲਾਮ ਸੀ ਮੈਨੂੰ ਯਾਦ ਆ ਰਿਹਾ ਇਸ ਵਕਤ, ਇਸ਼ਕ ਦੇ ਕੈਦੀਆਂ ਦੀ ਕਦੋਂ ਹੋਵੇਗੀ ਰਿਹਾਈ ਸੱਜਣਾ, ਜੇ ਨਾ ਸਜ਼ਾਵਾਂ ਮਿਲੀਆਂ ਪੱਲੇ ਪਵੇਗੀ ਜੁਦਾਈ ਸੱਜਣਾ। ਤੇ ਉਹਦੇ 'ਚ ਇੱਕ ਸ਼ੇਰ ਸੀ ਤੇ ਸ਼ੌਕਤ ਸਾਹਿਬ ਰੋਣ ਲੱਗ ਪਏ। ਉਹ ਸੀ ਕਿ ਹੰਝੂਆਂ ਦਾ ਤੋਹਫਾ ਜਾਂਦੀ ਵਾਰ ਵੀ ਨਾ ਦਿੱਤਾ ਹੈ, ਤੂੰ ਸਾਨੂੰ ਆਖਰੀ ਦੀਦਾਰ ਵੀ ਨਾ ਦਿੱਤਾ ਹੈ, ਤੂੰ ਸਾਨੂੰ ਆਖਰੀ ਦੀਦਾਰ ਵੀ ਨਾ ਦਿੱਤਾ ਹੈ, ਹੰਝੂਆਂ ਦਾ ਤੋਹਫਾ ਜਾਂਦੀ ਵਾਰ ਵੀ ਨਾ ਦਿੱਤਾ ਹੈ, ਕਈ ਵਾਰੀ ਰੂਹ ਦੌੜ ਕੇ ਤੇਰੀ ਗਲੀ ਵਿੱਚ ਆਈ ਸੱਜਣਾ। ਤੇ ਤੁਸੀਂ ਉਹਨਾਂ ਸੇ ਵੀ ਇਹ ਤੁਹਾਡੇ ਕਤ ਕਲਾਮੀ ਮਾਂ ਜੀ ਇਹ ਆਰਫ ਲਵਾਰ ਸਾਹਿਬ ਵਾਸਤੇ ਲਿਖਿਆ, ਅਤਾਉਲਾ ਖਾਨੀ ਸਖੈਲਵੀ ਵਾਸਤੇ ਵੀ ਲਿਖਿਆ, ਮਾਸ਼ਾਅੱਲਾ ਅਜ਼ੀਜ਼ ਮੀਆਂ ਸਾਹਿਬ ਦੇ ਵਾਸਤੇ ਵੀ ਲਿਖਿਆ। ਬਹੁਤ ਅਜ਼ੀਜ਼ ਮੀਆਂ ਸਾਹਿਬ ਵਾਸਤੇ ਮੈਂ ਇੰਨੇ ਕਲਾਮ ਲਿਖੇ ਉਹਨਾਂ ਦੇ। ਮੇਰੇ ਹਾਲੇ ਕੋਈ ਜਿੰਨੇ ਐਲਬਮ ਸੀ ਸਾਰੇ, ਕੁਛ ਉਹਨਾਂ ਦੇ ਪੁਰਾਣੇ ਕਲਾਮ, ਕੁਛ ਨਵੇਂ, ਉਹ ਉਹਨਾਂ ਦੇ ਮੈਂ ਕੀਤੇ। ਅਤਾਉਲਾ ਇਸਾ ਖੇਲਵੀ ਸਾਹਿਬ ਜਿਨ੍ਹਾਂ ਨੂੰ ਅਸੀਂ ਲਾਲਾ ਜੀ ਕਹਿੰਦੇ ਆ, ਉਹਨਾਂ ਵਾਸਤੇ ਮੈਂ ਬੜੇ ਸ਼ਾਕਾਰ ਗੀਤ ਲਿਖੇ ਕਿ ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ ਨੇ। ਮੈਂ ਮੁਆਸ਼ਰੇ ਦੀ ਗੱਲ ਕੀਤੀ ਹੈ, ਮੈਂ ਗੀਤ ਦੀ ਗੱਲ ਨਹੀਂ ਕੀਤੀ। ਗੀਤ ਅਗਰ ਕੋਈ ਲਿਖਣ ਵਾਲਾ ਬੰਦਾ ਹੁੰਦਾ ਤੇ ਉਹ ਕਦੀ ਨਾ ਇਹ ਗੱਲ ਕਰਦਾ ਕਿ ਮਾਲੀ ਇੱਥੇ ਬਾਗਾਂ ਦੀ ਬਹਾਰ ਵੇਚ ਦਿੰਦੇ ਨੇ, ਕਲੀਆਂ ਤੇ ਫੁੱਲਾਂ ਦਾ ਸਿੰਗਾਰ ਵੇਚ ਦਿੰਦੇ ਨੇ, ਕਰਦੇ ਨੇ ਪਿਆਰ ਦਾ ਵਪਾਰ, ਸਾਰੇ ਝੂਠੇ ਨੇ, ਔਰ ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ ਨੇ। ਅੱਗੇ ਫੇਰੇ ਕਿ ਹਰ ਪਾਸੇ ਸ਼ੂਕ ਦੀ ਜ਼ਰੂਰਤਾਂ ਦੀ ਸਪਣੀ, ਹਰ ਬੰਦੇ ਨੂੰ ਆਪਣੀ ਜ਼ਰੂਰਤ ਪਿਆਰੀ ਹੁੰਦੀ, ਹਰ ਪਾਸੇ ਸ਼ੂਕ ਦੀ ਜ਼ਰੂਰਤਾਂ ਦੀ ਸਪਣੀ, ਤੇ ਥਾਂ ਥਾਈ ਸਭਨਾਂ ਨੂੰ ਪਈ ਆਪੋ ਆਪਣੀ, ਕਰੇ ਕੋਈ ਕਿਦਾ ਇਤਬਾਰ ਸਾਰੇ ਝੂਠੇ ਨੇ, ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ ਨੇ। ਫਿਰ ਇਹਦੇ 'ਚ ਆਖਰੀ ਸ਼ੇਰ ਸੀ ਕਿ ਦੁੱਖਾਂ ਦੇ ਕਿਸੇ ਯਾਰ ਸਾਦਕਾ ਦਰਾਜ਼ ਨੇ। ਸਾਦਕਾ ਕੀ ਮਤਲਬ ਹੈ? ਇਹ ਅਯੂਬ ਸਾਹਿਬ ਜਿਹੜਾ ਸਾਦਕ, ਜਿੱਥੇ ਮੈਂ ਸਾਦਕ ਲਾਵਾਂਗਾ ਨਾ ਉੱਥੇ ਨਾ ਸਾਦਕ ਖਾਨ ਸਾਹਿਬ ਦਾ ਨਾ ਸਾਦਕ ਹੰਝੂਆਂ ਮਾਰ ਕੇ ਛੱਲਾਂ ਪਲਕਾਂ ਤੇ ਬੰਦ ਤੋੜੇ। ਹੁਣ ਇੱਥੇ ਇਹ ਨਹੀਂ ਆ ਸਕਦਾ ਸਾਦਕਾ ਹੰਝੂਆਂ ਇਹ ਨਹੀਂ, ਇਹ ਬੇਵਜ਼ਨ ਹੋ ਜਾਂਦਾ, ਇਹਦੀ ਜਿਹੜੀ ਬਹਿਰ ਹੈ ਉਹ ਖਾਰਿਜ ਹੋ ਜਾਂਦੀ। ਜਿਹੜਾ ਕੋਈ ਸ਼ਾਇਰ ਵੇਖੇਗਾ ਨਾ, ਜਿਹੜਾ ਬਕਾਇਦਾ ਸ਼ਾਇਰ ਜਿਹਨੂੰ ਰੱਬ ਨੇ ਬਣਾ, ਉਹ ਕਹੇਗਾ ਯਾਰ ਇਹ ਬੰਦਾ ਬੇਇਲਮ ਹੈ, ਇਹਨੂੰ ਪਤਾ ਨਹੀਂ। ਜਿੱਥੇ ਸਾਦਕਾ ਆਉਂਦਾ ਨਾ, ਹੁਣ ਕਰ ਸਾਦਕਾ ਤੂੰ ਚਾਰਾ, ਜੇ ਤੂੰ ਰੱਬ ਨੂੰ ਮਨਾਉਣਾ ਉੱਥੇ ਆਉਣਾ ਕਰ ਸਾਦਕ ਤੂੰ ਚਾਰਾ, ਬੰਦ ਹੋ ਜਾਏਗਾ ਕਰ ਸਾਦਕ ਤੂੰ ਚਾਰਾ, ਕਰ ਸਾਦਕਾ ਤੂੰ ਚਾਰਾ, ਸਮਝ ਲੱਗੀ ਇਹ ਚੀਜ਼। ਤੇ ਦੁੱਖਾਂ ਦੇ ਕਿਸੇ ਯਾਰ ਸਾਦਕਾ ਦਰਾਜ਼ ਨੇ, ਹੀਰਾ ਨੇ ਫਰੇਬੀ ਇੱਥੇ ਰਾਂਝੇ ਦਗਾਬਾਜ਼ ਨੇ, ਕਰੇ ਕੋਈ ਕਿਦਾ ਇਤਬਾਰ ਸਾਰੇ ਝੂਠੇ ਨੇ, ਉਹ ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ। ਸਾਰੇ ਯਾਰ ਲਵਾਰ ਦਾ ਵੀ ਕੋਈ ਆਰਫ ਲਵਾਰ ਨੇ ਵੀ ਮਾਸ਼ਾਅੱਲਾ ਜੀ ਮੇਰੇ ਬਹੁਤ ਹੀ ਕਲਾਮ ਗਾਏ ਨੇ, ਬਹੁਤ ਹੀ ਜ਼ਿਆਦਾ। ਔਰ ਰਾਤ ਫਕੀਰ ਖਾਨ ਸਾਹਿਬ ਦਾ ਤੁਸੀਂ ਕਲਾਮ ਜਿਹੜਾ ਲਿਖਿਆ ਰਾਤ ਖਾਬ ਸੁਣਾਓ। ਹਾਂਜੀ, ਉਹ ਵੀ ਬੜਾ ਜ਼ਬਰਦਸਤ ਸੀ ਕਿ ਉਹਦੇ ਮੈਨੂੰ ਸਾਰੇ ਸ਼ੇਰ ਨਹੀਂ ਯਾਦ, ਲੇਕਿਨ ਉਹ ਕਲਾਮ ਵੀ ਐਸਾ ਹੈ ਕਿ ਮਤਲਬ ਬਹੁਤ ਸ਼ੋਹਰਤ ਨਸੀਬ ਹੋਈ। ਮੈਂ ਸਰਕਾਰ ਦੇ ਰੋਜ਼ੇ 'ਤੇ ਗਿਆ, ਉੱਥੇ ਵੀ ਮੈਨੂੰ ਔਰਤਾਂ ਵਾਲੇ ਪਾਸੇ ਜਿਸਲੇ ਅੰਦਰ ਸੀ ਹੋਏ, ਤੇ ਉਹ ਕਾਫੀ ਮੇਰੀਆਂ ਭੈਣਾਂ ਮਾਵਾਂ ਨੇ ਮੈਨੂੰ ਘੇਰਾ ਪਾ ਲਿਆ। ਹਾਂ, ਕਿਉਂਕਿ ਫੋਟੋ ਲੱਗੀ ਹੁੰਦੀ ਨਾਲ ਵਿੱਚ ਆਉਂਦੀ ਹੈ, ਤੇ ਉਹ ਫਿਰ ਪਛਾਣ ਲੈਂਦੇ ਨੇ। ਤੇ ਉਹ ਸੀ ਇੱਕ ਖਾਬ ਸੁਣਾਵਾਂ, ਇਹ ਵੇਖ ਜਿਵੇਂ ਖਾਬ ਬੰਦਾ ਨਹੀਂ ਕਿਸੇ ਨੂੰ ਸੁਣਾਉਂਦਾ ਸੀ, ਇਹ ਬਹਿਰਾ ਤਜਰਬੇ ਦੇ ਨਾਲ ਹੋ ਜਾਂਦਾ ਹੈ ਨਾ। ਕਹਿੰਦਾ ਲਿਖਤੇ ਲਿਖਤੇ ਖੁਸ਼ ਨਫੀਸ, ਅੱਜ ਮੈਂ ਲਿਖਣਾ ਸ਼ੁਰੂ ਕਰ ਦਿਆਂਗਾ ਨਾ, ਤੇ ਇੱਕ ਦਿਨ ਐਸਾ ਆਏਗਾ ਕਿ ਮੇਰੀ ਲਿਖਾਈ ਅੱਛੀ ਹੋ ਜਾਏ, ਕਿਉਂਕਿ ਮੇਰਾ ਕੰਮ ਹੀ ਇਹ। ਤੇ ਇਹ ਬਹਿਰਾ ਮੈਂ ਮੁਖਤਲਿਫ ਚੇਂਜ ਕਰਨਾ। ਆਰਫ ਲਵਾਰ ਦੀ ਗੱਲ ਇਹਨਾਂ ਨੇ ਕੀਤੀ, ਉਹਦੇ 'ਚ ਇੱਕ ਬਹਿਰ ਸੀ ਕਿ ਜਿਹੜੀ ਅੱਜ ਦੇ ਰਾਈਟਰ ਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਉਹ ਬਹਿਰ ਕਿਹੜੀ ਹੈ। ਮੁਹੱਬਤ ਦੇ ਦਿਲ 'ਚੋਂ ਭੁਲੇਖੇ ਨਹੀਂ ਜਾਂਦੇ, ਮੁਹੱਬਤ ਦੇ ਮਜਬੂਰ ਵੇਖੇ ਨਹੀਂ ਜਾਂਦੇ, ਮੁਹੱਬਤ ਦੇ ਰੋਣੇ ਤੇ ਹਾਸੇ ਨੇ ਵੱਖਰੇ, ਮੁਹੱਬਤ ਦੇ ਝਿੜਕਾਂ ਦਲਾਸੇ ਨੇ ਵੱਖਰੇ, ਮੁਹੱਬਤ ਦਾ ਉੱਠਣਾ ਤੇ ਬਹਿਣਾ ਹੈ ਵੱਖਰਾ, ਮੁਹੱਬਤ ਦੇ ਹੰਝੂਆਂ ਦਾ ਗਹਿਣਾ ਹੈ ਵੱਖਰਾ, ਮੁਹੱਬਤ ਦੇ ਵੱਖਰੇ ਨੇ ਤਾਣੇ ਤੇ ਬਾਣੇ, ਇਹ ਜਿਸ ਤਨ ਨੂੰ ਲੱਗਦੀ ਆ ਉਹ ਤਨ ਜਾਣੇ, ਉਹ ਤਨ ਜਾਣੇ। ਵਾਹ ਵਾਹ ਵਾਹ। ਤੇ ਮੁਹੱਬਤ ਨੇ ਮਨਸੂਰ ਸੂਲੀ ਚੜਾਇਆ, ਮੁਹੱਬਤ ਨੇ ਮਜਨੂ ਨੂੰ ਕਾਸਾ ਫੜਾਇਆ, ਮੁਹੱਬਤ ਦੇ ਵੱਖਰੇ ਨੇ ਤਾਣੇ ਤੇ ਬਾਣੇ, ਮੁਹੱਬਤ ਨੇ ਨਹੀਂ ਮੰਗਦੀ ਕਿਸੇ ਦੀਆਂ ਖੈਰਾਂ,
ਮੁਹੱਬਤ ਨੇ ਕੱਢੀਆਂ ਸੀ ਦੁੱਧ ਦੀਆਂ ਨਹਿਰਾਂ, ਮੁਹੱਬਤ ਨੇ ਸਾਦਕ ਬੁੱਲਾ ਨਚਾਇਆ। ਕਿਆ ਕਹਿਣਾ ਇਸਾ ਕਰਕੇ ਖਾਲਸਾ ਸਾਹਿਬ ਇਹ ਤੁਸੀਂ ਲਿਖਦੇ ਹੋ ਕਿ ਮੁਹੱਬਤ ਦਾ, ਤੇ ਮੁਹੱਬਤ ਤੁਹਾਨੂੰ ਵੀ ਹੋਈ ਕਦੀ ਇਸ਼ਕ ਹੋਇਆ? ਉਹ ਮੁਹੱਬਤ ਕਿਹਨੂੰ ਨਹੀਂ ਹੁੰਦੀ, ਪਹਿਲੇ ਤੁਸੀਂ ਦੱਸੋ ਤੁਹਾਨੂੰ ਹੋਈ ਹੈ ਕਿ ਨਹੀਂ? ਦੁਨਿਆਵੀ ਇਸ਼ਕ ਦੀ ਗੱਲ ਕਰ ਰਿਹਾ ਮੈਂ ਨਹੀਂ, ਤੁਸੀਂ ਮੈਨੂੰ ਕੋਈ ਇਸ਼ਕ ਨਹੀਂ ਹੋਇਆ ਕਿਸੇ ਨਾਲ। ਕਿ ਹਾਂ ਔਰ ਜਿਸ ਤਰ੍ਹਾਂ ਇਹ ਸਾਰੇ ਲਿਖਦੇ ਹੋ ਦਿਲ ਚੀਜ਼ ਹੈ ਕਿਆ ਜਾਣਾ, ਹਾਂ ਔਰਤਾਂ ਦਾ ਵੀ ਕੋਈ ਲਿਖਿਆ ਨਹੀਂ? ਅੱਛਾ ਜੀ ਇੱਕ ਮਿੰਟ ਹਾਂ, ਉਦੋਂ ਤੁਸੀਂ ਮੈਨੂੰ ਬੁਲਾਉਂਦੇ ਨਾ ਤੇ ਫਿਰ ਮੈਨੂੰ ਵੀ ਮਜ਼ਾ ਆਉਂਦਾ ਹੈ। ਹਾਂ ਜੀ, ਤੁਸੀਂ ਕਿਸੇ ਨਾਲ ਮੁਹੱਬਤ ਕੀਤੀ ਜਾਂ ਤੁਹਾਡੇ ਨਾਲ ਕਿਸੇ ਨੇ ਮੁਹੱਬਤ ਕੀਤੀ, ਤੁਸੀਂ ਇਹ ਬੜੇ ਚੋਲੇ ਸ਼ੇਰ ਲਿਖਦੇ ਹੋ ਬੜੇ। ਦੇਖੋ ਜੀ ਅਯੂਬ ਸਾਹਿਬ, ਮੈਂ ਹਲਫ ਦੇ ਸਕਣਾ ਇਸ ਗੱਲ ਦਾ ਕਿ ਇਹ ਜਿੰਨੀ ਸ਼ਾਇਰੀ ਮੈਂ ਕੀਤੀ ਹੈ ਨਾ, ਮੈਂ ਇਹ ਕੋਈ ਕਿਸੇ ਨਾਲ ਮੁਹੱਬਤ ਨਹੀਂ ਕੀਤੀ, ਲੇਕਿਨ ਵਿੱਚ ਹਾਦਸਾਤ ਹੋਏ ਨੇ। ਲੇਕਿਨ ਜਿਸ ਤਰ੍ਹਾਂ ਕਿ ਮੈਂ ਲਿਖਿਆ ਪਹਿਲੇ ਆ ਤੇ ਹੋਇਆ ਬਾਅਦ 'ਚ ਮੇਰੇ ਨਾਲ, ਰਾਈਟ, ਓਕੇ। ਸਮਝ ਲੱਗੀ ਜੀ। ਤੇ ਦੂਸਰੀ ਗੱਲ ਜਿਹੜੀ ਨਾ ਕਿ ਮੈਂ ਆਪਣੀ ਵਾਲਦਾ ਦਾ, ਮੇਰੇ ਵਾਲਦ ਦੀਆਂ 2 ਸ਼ਾਦੀਆਂ ਸਨ, ਤੇ ਮੇਰੇ ਨਾਲ ਮੁਹੱਬਤ ਜਿਹੜੀ ਮੇਰੀ ਮਾਂ ਨੇ ਕੀਤੀ ਹੈ ਨਾ, ਇਹ ਅੱਜ ਉਹਦਾ ਹੀ ਸਦਕਾ ਮੈਂ ਇੱਥੇ ਬੈਠਾ। ਮੈਂ ਜਦੋਂ ਆਪਣੇ ਘਰ ਤੋਂ ਬਾਹਰ ਜਾਂਦਾ ਉਸ ਤੋਂ ਬਾਅਦ ਕੇ ਸਾਂ ਵਾਕਈ ਕਿ ਇਹ ਮੇਰੀ ਮਾਂ ਇਸ ਤਰ੍ਹਾਂ ਝੋਲੀਆਂ ਚੁੱਕ ਲੈਂਦੀ ਸੀ। ਇੱਕ ਮੇਰੇ ਪੱਲੇ ਨਾ ਤਾਲੀਮ, ਨਾ ਕੋਈ ਗੱਲ, ਨਾ ਕੋਈ ਬਾਤ। ਇੱਕ ਛੋਟੇ ਜਿਹੇ ਗਰੀਬ ਘਰ ਦੇ ਵਿੱਚ ਮੈਂ ਪੈਦਾ ਹੋਇਆ। ਅਸੀਂ 2-2 3-3 ਦਿਨ ਮੈਂ ਲਾਹੌਰ 'ਚ ਆ ਕੇ ਵੀ ਫਾਕੇ ਕੱਟਦਾ ਰਿਹਾ। ਇਹ ਗੱਲ ਕਹਿਣ ਲੱਗਿਆ ਮੈਨੂੰ ਕੋਈ ਸ਼ਰਮ ਨਹੀਂ ਕਿ ਮੈਂ ਮਤਲਬ ਕੋਈ ਮੈਨੂੰ ਝਿਜਕ ਮਹਿਸੂਸ ਹੋ ਰਹੀ ਹੈ ਕਿ ਅੱਜ ਅੱਲਾ ਨੇ ਮੈਨੂੰ ਸਭ ਕੁਝ ਦਿੱਤਾ ਤੇ ਮੈਂ ਹੁਣ ਇਹ ਗੱਲ ਨਾ ਕਰਾਂ। ਤੇ ਇਸ ਤੁਸੀਂ ਔਰਤਾਂ ਸੇ ਇਸ਼ਕੀਆ ਕਲਾਮ ਵੀ ਲਿਖਿਆ ਬੜਾ। ਉਹ ਜੀ ਇਹ ਕੋਈ ਇੱਕ ਮੀਰ ਤਕੀ ਮੀਰ ਦਾ ਸ਼ਾਇਦ ਸ਼ੇਰ ਇੱਕ کہ کہانی میری روح داد جہاں معلوم ہوتی ہے جو سنتا ہے اسی کی داستان معلوم ہوتی ہے۔ میرے کامیاب ہون دی گل ہی یہ ہے کہ میں جدو لکھیا نا عطا اللہ عیسیٰ خدوی صاحب دا گانا کہ لوکاں نو پوچھ کے رواں ایتھے بے وفا دا گھر سی، میرا شہر چھڈ گیا ہے، اسے گل دا مینوں ڈر سی۔ میں جڑے عاشق نے نا، میں انہاں دا کلیجہ کڈ کے تلی تے رکھ دینا گیتاں دے وچ، ایویں نہیں میرے تو کس طرح ہوندی ہے تواڈے کول؟ او کون جی؟ وہ چوٹ نہیں لگی؟ نہیں جی، وہ اللہ تعالیٰ دی طرف ہونا، اچھا ضروری نہیں کہ ہونا ہر شاعر عشق کرے گا تو پھر وہ لکھے گا، یہ تو کوئی گل نہیں، یہ تو ڈرامے بازیاں نے ساریاں۔ یہ لکھا دل چیز ہے کیا جانا، وہ کس طرح لکھا؟ لو جی یہ جواب ہے بالکل، ہوں سننا ذرا۔ وہ شبنم ہے، ہاں جی، شبنم مجید، شبنم وہ نہیں جی، شبنم وہ تو اچھی آرٹسٹ ہے، اللہ نے زندگی دے، وہ تو بڑی اچھی نیک عورت ہے۔ وہ شبنم ہے، نیک دا کیوں کہ کیا جاتا چلو نہیں سارے نیک کی کوئی؟ اچھا جی، وہ شبنم ہے پھولے یا شرارہ ویکھتے لئے اسی نزدیک تو اس دا نظارہ۔ وہ شبنم ہے پھولے یا شرارہ ویکھتے لئے اسی نزدیک تو اس دا نظارہ ویکھتے لئے۔ وہ پتہ کیے دلائے غامی سانو راس آ جاوے، پتہ کیے دلائے غامی سانو راس آ جاوے، اسی 2-4 دن کر کے گزارا ویکھتے لئے تے طوفانہ ڈوب دیویں، طوفانہ ڈوب دیویں، پر ذرا موقع تے دے سانو اسی پانی چو سر کڈ کے کنارہ ویکھتے لئے۔ کلام لکھا سی بڑا زبردست، بڑا مشہور ہوا۔ پہلے تے ایوب صاحب یہ ہے معذرت نال، تسی میرے بزرگ جے، میرے باپ دی جگہ تے جے، اور میں دلوں تانوں درجہ دینا اپنے باپ دا۔ تے او دے وچ یہ ہے کہ ایک کلام نہیں، ہن تے ہزاراں دے حساب نال ہو گیا جی۔ نہیں، راحت نے بھی ایک کلام نہیں میرا گایا، بہت کلام گائے نے۔ ہاں جی، تے راحت صاحب واسطے جی یہ جڑا کلام انہاں نے گایا ہے یہ سی کہ ایک خواب سناواں، جس طرح بندہ خواب سناتا ہے، اور ایک خواب میں کئی لکھے نے، وہ میں تمہیں بعد چ دس۔ ایک خواب سناواں پر نور فضاواں، کیا کہنا، آقا دا محلہ جویں عرش محلہ، کدی آن فرشتے کدی جان فرشتے، ساڈے ازلوں جڑ گئے آقا نال رشتے، او کرما والا ویڑا پلکاں نال چومدا جاواں، ایک خواب سناواں۔ یہ بھی شاعری چ نویں بہر ہے، یہ کسی رائٹر نے نہیں لکھی۔ رب لے گیا مینوں جدوں شہر مدینے، ایک حاجی لایا مینوں گھٹ کے سینے، کدی پیواں زمزم کدی پڑھاں نمازاں، میری پہنچ جتھوں تک میں دیاں نیازاں، رب سونے پل وچ سنیاں میرے دل دیاں سب صداواں، ایک خواب سناواں پر نور فضاواں، میں حجر اسود چومیاں رج رج کے۔ ایک واقعہ میں شیئر کرنا چاہنا، محبوب حمدانی صاحب میں پہلی دفعہ گیا اپنے والد دی جگہ تے، انہوں نے عمرہ کرایا، ایوب صاحب لی میں چند کیسٹ کیتے، انہوں نے ریکارڈنگ کیتی، میں انہوں نے کچھ پیسے دینے چاہے کہ اسی انہوں نے کوئی 5000 دا
ਇੱਕ ਵਾਲੀਅਮ ਵੇਚਦੇ ਸੌ ਤੋਂ ਪਾਕਿਸਤਾਨੀ ਨਾਥਾਂ ਦਾ, ਅਤੇ ਕੋਈ 10-12 ਵਾਲੀਅਮ ਸਨ। ਅਤੇ ਮੈਂ ਕਿਹਾ ਜੀ ਤੁਸੀਂ ਪੇਮੈਂਟ ਲੈ ਲਓ। ਉਹ ਇਸ ਲਈ ਦੁਨੀਆ 'ਤੇ ਨਹੀਂ, ਇਸ ਲਈ ਮੇਰਾ ਗੱਲ ਕਰਨਾ ਬਣਦਾ ਹੈ। ਅਤੇ ਉਹਨਾਂ ਨੇ ਕਿਹਾ ਜੀ ਮੈਂ ਪੈਸੇ ਨਹੀਂ ਲੈਣੇ ਨਾਥਾਂ ਦੇ। ਮੈਂ ਕਦੀ ਸੋਚ ਨਹੀਂ ਸੀ ਸਕਦਾ ਕਿ ਮੈਂ ਸਰਕਾਰ ਦੇ ਰੋਜ਼ੇ 'ਤੇ ਜਾਵਾਂ, ਕਦੀ ਮੇਰੀ ਸੋਚ 'ਚ ਵੀ ਨਹੀਂ। ਮੈਂ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਲੈ ਲਓ ਪੈਸੇ, ਕਿਉਂਕਿ ਚਲੋ ਮੈਂ ਅਗਰ 30-40-50 ਹਜ਼ਾਰ ਮੈਨੂੰ ਮਿਲਿਆ ਅਤੇ 10-20 ਹਜ਼ਾਰ ਸਟੂਡੀਓ ਦਾ, 25-30 ਹਜ਼ਾਰ ਬਾਕੀ ਵੱਧਦਾ, ਉਹ ਅਸੀਂ ਅੱਧੇ ਕਰ ਦਿੰਦੇ। ਉਹਨਾਂ ਕਿਹਾ ਨਹੀਂ ਤੁਸੀਂ ਮੈਨੂੰ ਉਮਰਾ ਕਰਾ ਦੇਣਾ। ਇਹ ਉਦੋਂ ਦੀ ਗੱਲ ਹੈ ਜਦੋਂ 9/11 ਦਾ ਵਾਕਿਆ ਹੋਇਆ। ਉਦੋਂ ਅਸੀਂ ਸਰਕਾਰ ਦੇ ਰੋਜ਼ੇ ਦੇ ਕੋਲ ਬੈਠੇ ਸਾਂ। ਅਸੀਂ ਉੱਥੇ ਚਲੇ ਗਏ ਅਤੇ ਉਹ ਮਤਲਬ ਉਦੋਂ ਕਮ ਸੇ ਕਮ ਮੈਂ 200-250 ਨਾਤ ਉੱਥੇ ਲਿਖੀ, ਮਤਲਬ ਜਿਨ੍ਹਾਂ ਦੇ ਵਿੱਚ ਜਿਸ ਵੇਲੇ ਇੱਕ ਬੰਦਾ ਸੀ ਸਾਡੇ ਨਾਲ, ਉਹਦਾ ਨਾਂ ਸੀ ਇਕਬਾਲ ਬਾਹੂ ਸਾਹਿਬ, ਇੱਕ ਸਨ ਸਾਡੇ ਨਾਲ ਹਫੀਜ਼ ਤਾਏ ਬਜ਼ੁਰਗ, दोनों फौत हो गए। ਹਾਂਜੀ। ਇਹ ਹੁਣ ਸਾਰੇ ਆਣ ਤੇ ਕੋਈ ਕਵੇ ਜੀ ਮੈਂ ਹਜਰੇ ਅਸਵਦ ਨੂੰ ਇੰਨੀ ਵਾਰੀ ਚੁੰਮ ਕੇ ਆਇਆ, ਕੋਈ ਕਵੇ ਜੀ ਮੈਂ ਇੰਨੀ ਵਾਰੀ ਚੁੰਮਿਆ। ਤੇ ਵਾਪਸੀ ਤੇ ਆਏ ਨਾ ਤੇ ਕਹਿੰਦੇ ਨੇ ਸਾਦਕ ਤੂੰ ਕਿੰਨੀ ਵਾਰੀ ਚੁੰਮਿਆ? ਮੈਂ ਕਿਹਾ ਵੀ ਮੈਂ ਤੇ ਨਹੀਂ। ਉਹ ਨਾਲ ਜਿਹੜੇ ਬੰਦੇ ਸੀ ਉਹਨੂੰ ਕਿਹਾ ਜੀ ਤੁਸੀਂ ਕਿਉਂ ਨਹੀਂ ਚੁੰਮਿਆ? ਮੈਂ ਕਿਹਾ ਮੈਂ ਸਮਝਦਾ ਮੇਰਾ ਮੂੰਹ ਹੀ ਇਸ ਕਾਬਲ ਨਹੀਂ ਕਿ ਮੈਂ ਉਸ ਪਾਕ ਚੀਜ਼ ਨੂੰ ਚੁੰਮ ਸਕਾਂ ਜਿੱਥੇ ਮੇਰੇ ਨਬੀ ਦੇ ਲੱਭ ਲੱਗੇ ਨੇ। ਮੈਂ ਆਪਣੇ ਆਪ ਨੂੰ ਇਸ ਕਾਬਲ ਹੀ ਨਹੀਂ ਸਮਝਿਆ। ਉਹ ਸਾਰੇ ਪਰੇਸ਼ਾਨ ਹੋ ਗਏ ਕਿ ਯਾਰ ਇਸ ਬੰਦੇ ਨੇ ਕਿਹੜੀ ਗੱਲ ਕਰ ਦਿੱਤੀ। ਯਾਨੀ ਕਿ ਆਪਣਾ ਆਪਣਾ ਅਕੀਦਾ ਹੁੰਦਾ ਹੈ ਨਾ, ਕਿ ਇੱਕ ਕਹਿੰਦਾ ਜੀ ਅੱਧਾ ਗਲਾਸ ਭਰਿਆ ਪਾਣੀ ਦਾ, ਇੱਕ ਕਹਿੰਦਾ ਜੀ ਅੱਧਾ ਖਾਲੀ ਹੈ। ਅਤੇ ਉਹ ਫਿਰ ਉੱਥੇ ਬੜੀਆਂ ਨਾਤਾਂ ਅੱਲਾ ਨੇ ਮੈਨੂੰ, ਜਿੰਨੀਆਂ ਨਾਤਾਂ ਮੈਂ ਉੱਥੇ ਲਿਖੀਆਂ, ਹੰਝੂਆਂ ਨਾਲ ਗੁਸਲਦਿਆਂ ਸਰਕਾਰ ਦੇ ਵਿਹੜੇ ਨੂੰ, ਉੱਥੇ ਮੈਂ ਨਾਤ ਲਿਖੀ। ਇਹਦੇ 52 ਸ਼ੇਰ ਸਨ ਕਿ ਹੰਝੂਆਂ ਨਾਲ ਗੁਸਲਦਿਆਂ ਸਰਕਾਰ ਦੇ ਵਿਹੜੇ ਨੂੰ, ਇੱਕ ਵਾਰ ਜੇ ਵੇਖ ਲਵਾਂ ਗਮਖਾਰ ਦੇ ਵਿਹੜੇ ਨੂੰ, ਰੱਬ ਅਰਸ਼ਾਂ ਤੋਂ ਸੁੱਟਦਾ ਏ ਫੁੱਲ ਆਪਣੀ ਰਹਿਮਤ ਦੇ, ਖੁਸ਼ਬੂਆਂ ਲੁਟਾਉਂਦਾ ਏ ਦਿਲਦਾਰ ਦੇ ਵਿਹੜੇ ਨੂੰ। ਪੰਡ ਚੁੱਕ ਕੇ ਗੁਨਾਹਾਂ ਦੀ ਨਹੀਂ ਜਾਣਾ ਜੇ ਰੋਜ਼ੇ ਤੇ, ਦੁੱਖ ਦੱਸ ਦੇ ਦਲੀਜਾਂ ਤੋਂ ਸਰਕਾਰ ਦੇ ਵਿਹੜੇ ਨੂੰ। ਕਿਤੇ ਨੂਰ ਦੀ ਕਿਰਨ ਮਿਣੇ, ਕਿਤੇ ਬਾਰਿਸ਼ ਰਹਿਮਤ ਦੀ, ਰੱਬ ਸੁੱਕਣ ਨਹੀਂ ਦਿੰਦਾ ਕਦੀ ਯਾਰ ਦੇ ਵਿਹੜੇ ਨੂੰ। ਰੋਜ਼ੇ ਦੇ ਸਤੂਨਾਂ ਨੂੰ ਗੱਲ ਆਇਆ ਠੰਡ ਪੈਂਦੀ, ਦੁੱਖ ਤੱਕਿਆਂ ਮੁੱਕ ਜਾਂਦੇ ਦਰਬਾਰ ਦੇ ਵਿਹੜੇ ਨੂੰ। ਤੇ ਜਿਹੜਾ ਵੇਖ ਲਵੇ ਸਾਦਕ ਸੁੱਖ ਪਾਵੇ ਹਯਾਤੀ ਦੇ। ਮੈਂ ਜਦੋਂ ਆਬੇ ਜ਼ਮਜ਼ਮ ਜੋ ਮੈਂ ਲੈ ਕੇ ਨਾ ਉਹ ਕੈਨ ਤੇ ਮੈਂ ਚੁੱਕ ਕੇ ਚੱਲ ਰਿਹਾ ਵਾਂ, ਤੇ ਉਸ ਵੇਲੇ ਹੁਣ ਤੇ ਉਹ ਪਾਸਪੋਰਟ ਦੇ ਨਾਲ ਦੇ ਦਿੰਦੇ ਨੇ, ਉਦੋਂ ਨਹੀਂ ਸੀ ਜਿੰਨਾ ਮਰਜ਼ੀ ਲੈ ਜਾਓ ਤੁਸੀਂ। ਤੇ ਅੱਖੀਆਂ ਵਿੱਚ ਲੈ ਅਥਰੂ ਜਦੋਂ ਛੱਡਿਆ ਮਦੀਨੇ ਨੂੰ, ਮੈਂ ਮੁੜ ਮੁੜ ਤੱਕਦਾ ਸਾਂ ਸਰਕਾਰ ਦੇ ਵਿਹੜੇ ਨੂੰ। ਮੇਰੀ ਕਿਸਮਤ ਫੜ ਉਂਗਲੀ ਮੈਨੂੰ ਲੈ ਗਈ ਮਦੀਨੇ ਨੂੰ, ਮੈਂ ਮਰ ਕੇ ਵੀ ਨਹੀਂ ਛੱਡਣਾ ਸਰਕਾਰ ਦੇ ਵਿਹੜੇ ਨੂੰ। ਤੇ ਜਿਹੜਾ ਵੇਖ ਲਵੇ ਸਾਦਕ ਸੁੱਖ ਪਾਵੇ ਹਯਾਤੀ ਦੇ, ਇਹ ਸ਼ਰਫ ਤੇ ਬਖਸ਼ਿਆ ਹੈ ਰੱਬ ਯਾਰ ਦੇ ਵਿਹੜੇ। बहुत खूब। ਤੁਹਾਡੀ ਸਭ ਤੋਂ ਪਹਿਲਾਂ ਜਿਹੜੇ ਨਾਤ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ, ਉਹ ਸੀ ਆਕਾ ਮੇਰੀਆਂ ਮੇਰੀਆਂ ਅੱਖੀਆਂ ਮਦੀਨੇ ਵਿੱਚ ਰਹਿ ਗਈਆਂ। ਉਹ ਕਦੋਂ ਲਿਖਿਆ ਸੀ, ਕਿਸ ਤਰ੍ਹਾਂ ਲਿਖਿਆ? ਉਹ ਜੀ ਇਸ ਤਰ੍ਹਾਂ ਸੀ ਕਿ ਸਾਡੇ ਇੱਕ ਹੁੰਦਾ ਸੀ, ਉਹਦਾ ਨਾਮ ਸੀ ਆਰਫ ਲੋਹਾਰ ਦੇ ਕੋਲ ਹੁੰਦਾ ਸੀ ਬੱਚਾ ਇੱਕ, ਉਹ ਫੌਤ ਹੋ ਗਿਆ। ਉਹ ਮੇਰੇ ਕੋਲ ਆਇਆ ਅਤੇ ਮੈਨੂੰ ਕਹਿੰਦਾ ਭਾਜੀ ਕਿਉਂਕਿ ਮੇਰੀ ਇੱਕ ਆਦਤ ਹੈ ਮੈਂ ਛੋਟੇ ਤੋਂ ਲੱਗ ਕੇ ਵੱਡੇ ਆਰਟਿਸਟ ਤੱਕ ਕੰਮ ਕਰਨਾ। ਇਹ ਨਹੀਂ ਕਿ ਮੈਂ ਵੱਡੇ ਨਾਲ ਕੰਮ ਕਰਨਾ ਅਤੇ ਮੈਂ ਛੋਟੇ ਨਾਲ ਕੰਮ ਨਹੀਂ ਕਰਨਾ। क्या कहना? ਅਤੇ ਉਹ ਮੈਨੂੰ ਕਹਿੰਦਾ ਭਾਜੀ ਮੈਂ ਤੁਹਾਨੂੰ ਇੱਕ ਤਰਸ ਦੇਣਾ, ਅਤੇ ਮੇਰਾ ਤਾਂ ਰੋਜ਼ ਦਾ ਕੰਮ ਹੈ, ਮੈਨੂੰ ਤਾਂ ਇਸ ਕੰਮ ਦਾ ਉਸਤਾਦ ਕਹਿੰਦੇ ਨੇ। ਉਹਨੇ ਮੈਨੂੰ ਤਰਸ ਸੁਣਾਈ, ਕਹਿੰਦਾ ਭਾਜੀ ਇਹਦੇ 'ਤੇ ਲਿਖੋ ਬਾਬਲ ਮੇਰੀਆਂ ਗੁੱਡੀਆਂ। ਤੇ ਮੈਂ ਕਿਹਾ ਠੀਕ ਹੈ ਚੱਲ ਬਈ ਲਿਖ। ਆਕਾ ਮੇਰੀਆਂ ਅੱਖੀਆਂ ਮਦੀਨੇ ਵਿੱਚ ਰਹਿ ਗਈਆਂ, ਮੁੱਕ ਗਿਆ ਵੀਜ਼ਾ ਤੇ ਜੁਦਾਈਆਂ ਫਿਰ ਪੈ ਗਈਆਂ। ਕਿਉਂਕਿ ਇਹ ਨਵੀਂ ਗੱਲ ਸੀ, ਸ਼ਹਿਰੀ 'ਚ ਹਮੇਸ਼ਾ ਉਹ ਗੱਲ ਚੱਲੇਗੀ ਜਿਹੜੀ ਨਵੀਂ ਗੱਲ ਹੋਏਗੀ, ਠੀਕ ਹੈ ਨਾ। ਰੋਜ਼ ਨਾਤਾਂ ਲਿਖੀਆਂ ਜਾਂਦੀਆਂ ਸਨ ਕਿ ਮੌਲਾ ਮੈਨੂੰ ਮਦੀਨੇ ਬੁਲਾ ਲੈ, ਮੈਂ ਮਦੀਨੇ ਆਵਾਂ, ਮੈਂ ਮਦੀਨੇ ਜਾਵਾਂ। ਲੇਕਿਨ ਮੈਂ ਉਹਦੇ 'ਚ ਉਹ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਜਿਹੜੇ ਆਸ਼ਿਕ ਸਨ ਕਿ ਮੈਨੂੰ ਮਜਬੂਰੀ ਹੈ, ਮੈਂ ਇੱਥੇ ਰਹਿ ਨਹੀਂ ਸਕਦਾ, ਜੇ ਹੋਵੇ ਮਨਜ਼ੂਰੀ ਮੇਰੀ ਲਾ ਲਾ ਇੱਥੇ ਪੱਕਾ ਡੇਰਾ। ਆਖਰੀ ਇਹ ਆਸਾਂ ਮੇਰੇ ਦਿਲ ਵਿੱਚ ਰਹਿ ਗਈਆਂ। ਝੁਕਦੇ ਕੁੱਲ ਜਹਾਨ ਨੂੰ ਵੇਖਾਂ, ਉਮਰ ਸਦੀਕ ਉਸਮਾਨ ਨੂੰ ਵੇਖਾਂ, ਜਿਨ੍ਹਾਂ ਤੇਰੇ ਕਦਮਾਂ 'ਚ ਥਾਵਾਂ ਆਕਾ ਲੈ ਲਈਆਂ। ਅਤੇ ਇਹ ਨਾਲ ਫਿਰ ਮਾਸ਼ਾਅੱਲਾ ਬੜੀ ਸੁਪਰ ਹਿੱਟ ਹੋਈ। ਇੱਕ ਹੋਰ ਸੀ, ਉਸ ਮੈਨੂੰ ਬੱਚੇ ਨੇ ਕਿਹਾ ਕਿ ਜੀ ਉਹ ਆਰਫ ਲੋਹਾਰ ਸਾਹਿਬ ਦਾ ਇੱਕ ਗਾਣਾ ਸੀ, ਮੈਨੂੰ ਬਰਬਾਦ ਕਰਨ ਵਾਲਿਆ ਵਸਦਾ ਰਵੇ ਤੇਰਾ ਸ਼ਹਿਰ। ਕਹਿੰਦਾ ਜੀ ਇੱਥੇ ਲਿਖ ਦਿਓ। ਮੈਂ ਕਿਹਾ ਉਹਨੇ ਕਿਹਾ ਤੇ ਮੈਂ ਨਾਲ ਹੀ ਕਹਿ ਦਿੱਤਾ, ਮੈਂ ਕਿਹਾ ਸ਼ਹਿਰ ਮਦੀਨੇ ਰਹਿਣ ਵਾਲਿਆ। ਉਹ ਵੀ ਬੜੀ ਸੁਪਰ ਹਿੱਟ ਹੋਈ।
ਇੰਨੀ ਦੇਰ 'ਚ ਉੱਤੋਂ ਸ਼ਹਬਾਜ਼ ਕਮਰ ਫਰੀਦੀ ਆ ਗਏ। ਸ਼ਹਬਾਜ਼ ਕਮਰ ਫਰੀਦੀ ਸਾਹਿਬ ਆਏ ਨੇ, ਉਹਨਾਂ ਨੇ ਵੇਖਿਆ ਵੀ ਇਹ ਤੇ ਕਲਾਮ ਬੜੇ ਚੱਲਣ ਵਾਲੇ ਨੇ, ਕਿਉਂਕਿ ਪਹਿਲੇ ਮੈਂ ਕਾਫੀ ਦਫਾ ਫੋਨ ਕਰਦਾ ਰਿਹਾ ਤੇ ਉਹ ਕਿਸੇ ਨੇ ਕਿਹਾ ਜੀ ਉਹ ਤੇ ਬਿਜ਼ੀ ਹੁੰਦਾ ਨੇ ਜਾਂ ਆਉਂਦੇ ਨਹੀਂ, ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਤੇ ਉਹ ਜਿਸਲੇ ਉਹ ਰਫ ਰਿਕਾਰਡਿੰਗ ਕਰਕੇ ਗਏ ਉਸ ਦਿਨ, ਉਹ ਜਦੋਂ ਬੱਚੇ ਨੇ ਕਰ ਲਈ, ਅੱਛਾ ਇੱਕ ਉਹਦਾ ਛੋਟਾ ਪੁੱਤਰ ਸੀ ਇੱਕ ਉਸ ਬੰਦੇ ਦਾ, ਸਿੰਗਰ ਦਾ, ਛੱਬੂ ਉਹਦਾ ਨਾਂ ਸੀ, ਉਹ ਐਡਾ ਕੁ ਬੱਚਾ ਹੋਣਾ 4-5 ਸਾਲ ਦਾ, ਤੇ ਉਹ ਮੈਨੂੰ ਕਹਿੰਦਾ ਅੰਕਲ ਜੀ ਮੇਰੇ ਲਈ ਵੀ ਕੋਈ ਨਾਤ ਲਿਖੋ। ਮੈਂ ਜਦੋਂ ਉਹਦੇ ਵੱਲ ਵੇਖਿਆ ਨਾ, ਮੈਂ ਕਿਹਾ ਹੁਣ ਬੱਚੇ ਲਈ ਮੈਂ ਕੀ ਲਿਖਾਂ। ਫਿਰ ਮੈਂ ਕਿਹਾ ਪਿਆਰੇ ਨਬੀ ਜੀ ਆਈ ਲਵ ਯੂ, ਸੋਹਣੇ ਨਬੀ ਜੀ ਆਈ ਲਵ ਯੂ, ਸ਼ਾਮ ਸਵੇਰੇ ਇਰਦ ਕਰਾਂ ਮੈਂ, ਇਸ਼ਕ ਮੇਰੇ ਦੇ ਡੂੰਗੇ ਖੂ, ਪਿਆਰੇ ਨਬੀ ਜੀ ਆਈ ਲਵ ਯੂ, ਸੋਹਣੇ ਨਬੀ ਜੀ ਆਈ ਲਵ ਯੂ। ਉਹ ਜਿਸਲੇ ਕਰਕੇ ਚਲੇ ਗਏ ਤੇ ਸ਼ਹਬਾਜ਼ ਕਮਰ ਨੇ ਪੇਪਰ ਫੜ ਲਿਆ, ਕਹਿੰਦਾ ਟਰਾਈ ਕਰੋ ਜ਼ਰਾ ਮੇਰੀ ਆਵਾਜ਼ 'ਚ। ਔਰ ਜਿਹੜੀ ਰਿਲੀਜ਼ ਕੀਤੀ ਹੈ ਹਾਈਟੈਕ ਮਿਊਜ਼ਿਕ ਨੇ, ਉਹ ਸ਼ਹਬਾਜ਼ ਕਮਰ ਫਰੀਦੀ ਦੀ ਰਫ ਰਿਕਾਰਡਿੰਗ ਹੈ। ਦੁਬਾਰਾ ਉਹ ਮੇਰੇ ਕੋਲ ਉਹ ਰਿਕਾਰਡਿੰਗ ਕਰਨ ਆਇਆ ਹੀ ਨਹੀਂ। ਤੇ ਜਿਹੜੀਆਂ 2-3 ਨਾਤਾਂ ਹੋਰ ਕੀਤੀਆਂ, ਉਹਨਾਂ ਨਾਲ ਉਹਦਾ ਫਿਰ ਉਹ ਵੋਕਲ ਨਹੀਂ ਸੀ ਮਿਲਦਾ, ਕਿਉਂਕਿ ਉਹ ਬਿਜ਼ੀ ਰਹਿੰਦਾ, ਗਲਾ ਖਰਾਬ, ਕਦੀ ਕੁਛ ਕਦੀ ਕੁਛ। ਤੇ ਉਹ ਫਿਰ ਅੱਲਾ ਨੇ ਉਸ नात ਨੂੰ ਇੰਨੀ इज्जत बख्शी। हाँ जी, हाँ जी। तो नाज़रीन अब इसके साथ ही बहुत शुक्रिया अयूब साहब ਤੁਹਾਡਾ, ਤੁਸੀਂ ਬੜਾ ਅੱਛਾ ਖਾਣਾ, ਫਰੂਕ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ। ਦੇਖੋ ਇਹ ਜ਼ਿੰਦਗੀ ਦੇ ਸੌਦੇ ਨੇ। ਔਰ ਮੈਂ ਚੀਨੂ ਸਾਹਿਬ ਦਾ ਬੜਾ ਮਸ਼ਕੂਰ ਹਾਂ ਕਿ ਤੋਂ ਲੈ ਗਿਆ ਨੇ ਸਾਨੂੰ ਤੇ ਇਹ ਜ਼ਿੰਦਗੀ ਦੇ ਸੌਦੇ ਨੇ ਅਯੂਬ ਸਾਹਿਬ, ਇਹ ਕੋਈ ਨਹੀਂ ਕਹਿ ਸਕਦਾ ਕਿ ਅੱਜ ਅਸੀਂ ਬੈਠੇ ਹਾਂ। ਹਾਂਜੀ, ਇਹਨਾਂ ਦਾ ਵੀ ਬਹੁਤ ਸ਼ੁਕਰੀਆ। ਅਲਾਮਾ ਮੁਹੰਮਦ ਰਫੀਕ ਚਿਸ਼ਤੀ ਸਾਹਿਬ, ਮੁਹੰਮਦ ਅਫਜ਼ਲ ਚੌਧਰੀ, ਮੁਹੰਮਦ ਅਫਜ਼ਲ ਸਾਹਿਬ। ਹਾਂਜੀ, ਤੇ ਅੱਲਾ ਇਹਨਾਂ ਦੀ ਸਾਡੀ ਜਿਹੜੀ ਦੋਸਤੀ ਕਦੋਂ ਦੀ ਹੈ ਜੀ, 32 ਸਾਲ ਜਦੋਂ ਦੇ ਆਏ ਨੇ। ਅੱਲਾ ਜੀ ਇਹ ਦੋਸਤੀਆਂ ਸਿਆਸੀ ਵੀ ਰਹੀ ਹੈ ਤੇ ਮਜ਼ਹਬੀ ਵੀ ਤੇ ਸੋਸ਼ਲ ਵੀ ਖਾ ਕੇ ਅੱਲਾ ਇਹ ਦੋਸਤੀਆਂ ਹਮੇਸ਼ਾ ਕਾਇਮ ਰੱਖੇ। ਹਾਂਜੀ, ਸਾਡੇ ਲਾਮਾ ਸਾਹਿਬ ਬਾਅਦ ਉਹ ਲਾਮਾ ਸਾਹਿਬ ਨੇ ਤੇ ਜੁਮਾ ਪੜ੍ਹਾਉਂਦੇ ਨੇ ਇੱਥੇ। ਅੱਜ ਕੱਲ੍ਹ 100-200 ਪਾਉਂਡ ਜੁਮਾ ਪੜ੍ਹਾਉਣ ਦਾ ਲੈਂਦੇ ਨੇ, ਫੀਸ ਬਿਲਿਲਾ ਅੱਜ ਤੱਕ ਮਾਸ਼ਾਅੱਲਾ, ਇੱਕ ਪੈਸੇ ਦੇ ਮੁਸਲਮਾਨ ਨਹੀਂ। ਕਿ ਮਾਸ਼ਾਅੱਲਾ ਜੁਮਾ ਹਮੇਸ਼ਾ ਕੋਈ ਕੁਛ ਨਹੀਂ ਰੱਖਿਆ, ਲੇਕਿਨ ਕੋਈ ਸ਼ਾਇਦ ਨਹੀਂ। ਇਸ ਜੱਗ ਨੂੰ ਇੱਕ ਦਿਨ ਛੱਡ ਜਾਣਾ ਹੀ, ਇਸ ਗੱਲ ਦਾ ਜ਼ਰਾ ਖਿਆਲ ਰੱਖ ਲਈ। ਸਾਦਕ ਕਫਨ ਨੂੰ ਕੋਈ ਨਹੀਂ ਜੇਬ ਹੁੰਦੀ, ਆਪਣੇ ਕੋਲ ਤੂੰ ਬਹੁਤਾ ਨਾ ਮਾਲ ਰੱਖ ਲਈ। ਤੇ ਜਿਹੜੇ ਲੋਕ ਇਹ ਕੰਮ ਕਰਦੇ ਨੇ ਅੱਗੇ ਲਈ ਉਹ ਹੀ ਕੁਛ ਲੈ ਕੇ ਜਾਂਦੇ ਨੇ। ਮੈਂ ਚਾਹਾਂਗਾ ਕਿ ਲਾਮਾ ਸਾਹਿਬ ਵੀ 2-4 ਲਫ਼ਜ਼ ਤੁਹਾਡੇ ਬਾਰੇ ਕਹਿਣ। बिस्मिल्लाहिर्रहमानिर्रहीम। ज़्यादा मुख्तसर सामीन नाज़रीन, आज हमने अपने अपने भाई अलहाज मोहम्मद अयूब साहब के घर में इस वक्त भी हम जहाँ बैठे हुए हैं, और पाकिस्तान का एक बहुत बड़ा नाम जिनका कलाम यानी जो पूरी दुनिया में पाकिस्तान के एम्बेसडर थे, जिनका कोई जोड़ नहीं है। पता नहीं किसी ने कहा कि इनके गले में क्या बोलता है, वो सब कुछ उनके गले में था। कौन? जनाब नुसरत अली खान साहब। उन्होंने हमारे भाई जनाब सादक साहब का कलाम, यानी लोग सुनते हैं आखिर में एक सादक आता है, तो वो सादक साहब यही हैं जिन्होंने कलाम बहुत लिखे हैं। यानी नुसरत अली खान साहब ने पढ़ा और राहत ने पढ़ा, और मैं देखता था, सुनता था कलाम, लेकिन आज मुलाकात हुई हमारे भाई अलहाज अयूब साहब के घर में, और हमारे भाई अफजल साहब बेटा खालिद रसूल चिश्ती। हकीकत बात है कि बहुत प्यारी प्यारी बातें इन्होंने की है। आपने जो कहा ना, इन्होंने भाई अयूब साहब ने इश्क पहले मिजाजी होता है फिर हकीकी होता है। तो तखय्युल जो होता है, जो लफ्ज़ों में आप बयान करते हैं, आप ना कहें मेरे कुछ भी नहीं, लेकिन वो तखय्युल खुद ब खुद वो डाल देता है, और उसके मुताबिक फिर अल्फाज जो हैं वो कलम में आते हैं, पहले दिमाग में आते हैं, फिर कलम में आते हैं, पढ़ने वाला हो तो फिर ज़ुबान पे आते हैं। अल्लाह ताला भाई सादक साहब आपको और इज़्ज़तें दे, अल्लाह आपको सेहत कामिल, सेहत कुल्ली अता फरमाए। हमारे भाई अलहाज अयूब साहब और हमारे फारूक साहब, हमारे भाई इनके जो यूनुस साहब थे, अल्लाह को प्यारे हो गए, अल्लाह उनकी कब्र को मुनव्वर करे, इस जगह पर अपनी रहमतें बरकतें नाज़िल फरमाए। और जो आज हमने इनके घर में इनकी बहुत खूबसूरत पुरतकल्लफ ज़ियाफ़त से हम लुत्फ़ अंदोज़ हुए हैं, अल्लाह ताला इनके दस्तरखान को वुसअतों से नवाजे। आपने तो बात ही ख़त्म कर दी कि मैं इनको बड़ा भाई और अपने बाप की जगह देता हूँ, तो ये आपका अपना घर ही था जहाँ आप आए, हमारा भी अपना घर है। अल्लाह ताला सबको दीन और दुनिया की नेमतों से सरफराज फरमाए। आमीन। बहुत शुक्रिया भाई साहब, बहुत शुक्रिया। अल्लाह आपके भी इल्म में, दुनियावी इल्म में, तो आपकी अगली दुनिया भी आसान करे, यहाँ पे भी आपको अल्लाह इज्जतों से नवाजे, और हमेशा आप दीन की खिदमत करते रहें। आप जैसे लोग कम हैं दुनिया में,
میرا بھی اکثر یہ رہتا ہے صاحب یہ لوگوں سے رابطہ، تو لالچ کے بغیر کوئی بندہ قدم نہیں اٹھاتا. آپ جو کام کرتے ہیں آپ کو اس کا اجر میرا رب ضرور دے گا. بہت شکریہ ناظرین. اگر کوئی بات یہاں پہ آپ کو اچھی لگی ہے تو آپ ضرور کمنٹس میں باکس میں ضرور جواب دیں، لائک کریں، شیئر کریں. اللہ آپ سب کا حامی و ناصر ہو اور آپ کی آنکھ کبھی دکھ کا آنسو نہ دیکھیں. آمین. بہت خوب. بہت میں کہنا